ਮੈਥਡ ਹੈਗਾ ਪ੍ਰੈਪਰੇਸ਼ਨ ਦਾ, ਬਟ ਸਾਡੇ ਕੋਲ ਇੱਕ ਕੰਪਾਊਂਡ ਦੇ ਵਿੱਚ ਜਿਹੜੇ ਐਲੀਮੈਂਟਸ ਆ ਉਹਨਾਂ ਦੀ ਰੇਸ਼ੋ ਸੇਮ ਰਹੇਗੀ। ਹੁਣ ਡਾਲਟਨਸ ਐਟੋਮਿਕ ਥਿਊਰੀ। ਜੌਨ ਡਾਲਟਨ ਇੱਕ ਬ੍ਰਿਟਿਸ਼ ਕੈਮਿਸਟ ਸੀ। ਉਹਨੇ ਕੀ ਕੀਤਾ ਸੀ, ਆਪਣੀ ਐਟੋਮਿਕ ਥਿਊਰੀ ਦਿੱਤੀ, ਜਿਹਨੂੰ ਬੋਲਿਆ ਜਾਂਦਾ ਹੈ ਡਾਲਟਨਸ ਐਟੋਮਿਕ ਥਿਊਰੀ। 1808 ਦੇ ਵਿੱਚ ਦਿੱਤੀ ਹੋਈ ਸੀ। ਇਹਦੇ ਵਿੱਚ ਉਹਨੇ ਕੀ ਕਿਹਾ ਸੀ, ਐਟਮ ਦੀ ਡਿਸਕ੍ਰਿਪਸ਼ਨ ਦਿੱਤੀ ਸੀ, ਐਟਮ ਕਿਵੇਂ ਦਾ ਹੁੰਦਾ ਹੈ। ਇਹਦੇ ਮੇਨ ਪਾਸਟੂਲੇਟਸ ਕੀ ਹੈਗੇ ਆ, ਐਲੀਮੈਂਟਸ ਆਰ ਮੇਡ ਅਪ ਆਫ ਐਕਸਟ੍ਰੀਮਲੀ ਸਮਾਲ ਪਾਰਟੀਕਲਸ ਕਾਲਡ ਐਟਮ। ਕੋਈ ਵੀ ਸਾਡੇ ਕੋਲ ਕੀ ਆ ਐਲੀਮੈਂਟ ਆ, ਐਲੀਮੈਂਟ ਦਾ ਬਿਲਡਿੰਗ ਬਲੌਕ ਕੀ ਆ ਰਿਹਾ, ਉਹਦਾ ਸਮੋਲੈਸਟ ਯੂਨਿਟ ਕੀ ਆ ਰਿਹਾ ਵਾ ਐਟਮ। ਮੀਨਸ ਐਲੀਮੈਂਟ ਨੂੰ ਤੁਸੀਂ ਬ੍ਰੇਕਅਪ ਕਰੋ, ਉਹਨੂੰ ਤੋੜੀ ਜਾ ਰਹੇ ਹੋ, ਅਤੇ ਲਾਸਟ ਤੁਹਾਡੇ ਕੋਲ ਜੋ ਸਮੋਲੈਸਟ ਪੀਸ ਬਚਦਾ ਜਿਹਨੂੰ ਤੁਸੀਂ ਹੋਰ ਬ੍ਰੇਕ ਨਹੀਂ ਕਰ ਸਕਦੇ, ਉਹਨੂੰ ਕੀ ਬੋਲਾਂਗੇ ਐਟਮ, ਦ ਸਮੋਲੈਸਟ ਪਾਰਟੀਕਲ ਆਫ ਐਲੀਮੈਂਟ। ਸਾਰੇ ਐਲੀਮੈਂਟ ਸਾਡੇ ਕੋਲ ਕਿਹਦੇ ਬਣੇ ਹੋਏ ਆ, ਐਟਮਸ ਦੇ ਬਣੇ ਹੋਏ ਆ। ਸੈਕਿੰਡ ਵਨ, ਐਟਮ ਆਫ ਦਾ ਗਿਵਨ ਐਲੀਮੈਂਟਸ ਆਰ ਆਈਡੈਂਟੀਕਲ ਇਨ ਸਾਈਜ਼, ਮਾਸ ਐਂਡ ਅਦਰ ਪ੍ਰੋਪਰਟੀਜ਼। ਸੇਮ ਤੁਹਾਡੇ ਕੋਲ ਐਲੀਮੈਂਟ ਹੈਗਾ ਆ, ਮੰਨ ਲਓ ਅਸੀਂ ਐਲੀਮੈਂਟ ਕੀ ਲਿਆ ਹੋਇਆ ਵਾ, ਹਾਈਡਰੋਜਨ ਲਿਆ ਹੋਇਆ, ਹਾਈਡਰੋਜਨ ਦੇ ਐਟਮ ਹੋ ਗਿਆ। ਹਾਈਡਰੋਜਨ ਦੇ ਜਿੰਨੇ ਵੀ ਐਟਮਸ ਹੈਗੇ ਆ, ਇਹਨਾਂ ਸਭ ਦਾ ਮਾਸ ਸੇਮ ਆ, ਸਭ ਦਾ ਕੀ ਹੈ ਸਾਈਜ਼ ਸੇਮ ਆ, ਸਾਰੀਆਂ ਇਹਦੀਆਂ ਪ੍ਰੋਪਰਟੀ ਸੇਮ ਹੈਗੀਆਂ। ਮੀਨਸ ਇੱਕ ਐਲੀਮੈਂਟ ਦੇ ਜਿੰਨੇ ਵੀ ਐਟਮਸ ਹੈਗੇ ਆ, ਸਭ ਦਾ ਮਾਸ ਸੇਮ ਹੋਏਗਾ, ਸਾਈਜ਼ ਸੇਮ ਹੋਏਗਾ, ਅਤੇ ਸਾਰੀਆਂ ਪ੍ਰੋਪਰਟੀ ਸੇਮ ਹੋਣਗੀਆਂ। ਇਹਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੋਏਗਾ। ਅਗਲਾ ਪੁਆਇੰਟ ਸਾਡੇ ਕੋਲ ਕੀ ਕਹਿੰਦਾ ਆ, ਐਟਮਸ ਆਫ ਡਿਫਰੈਂਟ ਐਲੀਮੈਂਟਸ ਆਰ ਡਿਫਰੈਂਟ ਸਾਈਜ਼, ਸ਼ੇਪ ਐਂਡ ਦਾ ਮਾਸ। ਹੁਣ ਸਾਡੇ ਕੋਲ ਇੱਕ ਆਪਾਂ ਲੈ ਲੈਂਦੇ ਹਾਂ, ਮੰਨ ਲਓ ਤੁਹਾਡੇ ਕੋਲ ਆਹ ਵਾਲੇ ਐਟਮਸ ਆ ਗਏ ਆ ਹਾਈਡਰੋਜਨ ਦੇ, ਆਹ ਵਾਲੇ ਐਟਮਸ ਤੁਹਾਡੇ ਕੋਲ ਆ ਗਏ ਆ ਆਕਸੀਜਨ ਦੇ। ਜੇ ਹੋਰ ਕੋਈ ਵੀ ਐਲੀਮੈਂਟ ਲੈ ਲਓ, ਇਹਦੇ ਵਿੱਚ ਇਹ ਵਾਲੇ ਐਲੀਮੈਂਟ ਦਾ ਸਾਈਜ਼, ਇਹ ਵਾਲੇ ਐਲੀਮੈਂਟ ਦਾ ਐਟਮ ਦਾ ਸਾਈਜ਼, ਮੀਨਸ ਹਾਈਡਰੋਜਨ ਦੇ ਐਟਮ ਦਾ ਸਾਈਜ਼ ਆਕਸੀਜਨ ਦੇ ਐਟਮ ਦੇ ਸਾਈਜ਼ ਨਾਲ ਨਹੀਂ ਮਿਲਦਾ। ਐਟਮ ਆਫ ਡਿਫਰੈਂਟ ਐਲੀਮੈਂਟਸ ਹੈਵ ਡਿਫਰੈਂਟ ਸਾਈਜ਼, ਮਾਸ ਐਂਡ ਅਦਰ ਪ੍ਰੋਪਰਟੀਜ਼। ਅਲੱਗ ਅਲੱਗ ਐਲੀਮੈਂਟਸ ਦੇ ਐਟਮਸ ਹੈਗੇ ਆ, ਅਤੇ ਉਹਨਾਂ ਦੀ ਸਾਰੀਆਂ ਪ੍ਰੋਪਰਟੀਜ਼ ਅਲੱਗ ਅਲੱਗ ਹੋਣਗੀਆਂ। ਐਟਮ ਕੈਨ ਨੋਟ ਬੀ ਸਬ ਡਿਵਾਈਡਡ, ਕ੍ਰੀਏਟਡ ਔਰ ਡਿਸਟਰੋਇਡ। ਮੀਨਸ ਐਟਮ ਸਾਡੇ ਕੋਲ ਕੰਜ਼ਰਵ ਹੁੰਦਾ ਹੈ ਡਾਲਟਨ ਦੇ ਅਕੋਰਡਿੰਗ। ਐਟਮ ਨੂੰ ਆਪਾਂ ਸਬ ਡਿਵਾਈਡ ਮੀਨਸ ਬ੍ਰੇਕ ਨਹੀਂ ਕਰ ਸਕਦੇ, ਇਹਨੂੰ ਬਣਾ ਨਹੀਂ ਸਕਦੇ, ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਐਟਮ ਆਫ ਡਿਫਰੈਂਟ ਹੁਣ ਕੀ ਕਰ ਸਕਦਾ, ਸਿਰਫ ਕੀ ਆ ਇੱਕ ਫਾਰਮ ਤੋਂ ਦੂਜੇ ਫਾਰਮ ਦੇ ਵਿੱਚ ਚੇਂਜ ਹੋ ਸਕਦਾ। ਮੀਨਸ ਰਿਐਕਟਿੰਗ ਸਪੀਸੀਜ਼ ਜਿਹੜੇ ਐਟਮਸ ਆ ਉਹ ਪ੍ਰੋਡਕਟ ਸਪੀਸੀਜ਼ ਦੇ ਵਿੱਚ ਚੇਂਜ ਹੋ ਸਕਦੇ ਆ, ਬਟ ਨਾ ਤਾਂ ਉਹ ਖਤਮ ਹੋਏ, ਨਾ ਹੀ ਉਹਨਾਂ ਨੂੰ ਅਸੀਂ ਬਣਾਇਆ, ਇਹਨਾਂ ਨੂੰ ਚੇਂਜ ਕੀਤਾ ਜਾ ਸਕਦਾ ਹੈ। ਉਹ ਕੀ ਆਉਂਦਾ ਪੁਆਇੰਟ, ਐਟਮ ਆਫ ਡਿਫਰੈਂਟ ਐਲੀਮੈਂਟਸ ਕੰਬਾਈਨ ਇਨ ਦ ਸਿੰਪਲ ਹੋਲ ਨੰਬਰ ਰੇਸ਼ੀਓਜ਼। ਐਟਮ ਕੀ ਕਰਨਗੇ, ਹੋਲ ਨੰਬਰ ਰੇਸ਼ੀਓ ਦੇ ਵਿੱਚ ਕੰਬਾਈਨ ਕਰਨਗੇ, ਤੇ ਕੰਬਾਈਨ ਕਰਕੇ ਕੀ ਬਣਾਉਣਗੇ, ਕੰਪਾਊਂਡਸ ਬਣਾਉਣਗੇ। ਮੀਨਸ ਐਲੀਮੈਂਟਸ ਤੋਂ ਕੀ ਬਣ ਜਾਏਗਾ, ਕੰਪਾਊਂਡ ਬਣੇਗਾ। ਐਟਮ ਜੁਆਇਨ ਹੋ ਕੇ ਕੀ ਬਣਾਉਣਗੇ, ਮੋਲੀਕਿਊਲਸ। ਅਤੇ ਐਟਮਸ ਕਿਤੇ ਜੁਆਇਨ ਹੋ ਰਹੇ ਆ, ਐਲੀਮੈਂਟਸ ਦੇ, ਅਤੇ ਐਲੀਮੈਂਟਸ ਜੁਆਇਨ ਹੋ ਕੇ ਫਿਰ ਕੀ ਦੇਣਗੇ, ਕੰਪਾਊਂਡਸ ਦੇਣਗੇ। ਹੁਣ ਜਦੋਂ ਇੱਕ ਕੈਮੀਕਲ ਰਿਐਕਸ਼ਨ ਹੁੰਦੀ ਉਹਦੇ ਵਿੱਚ ਐਟਮਸ ਨੂੰ ਕੀ ਹੁੰਦਾ ਆ, ਇਨ ਏ ਕੈਮੀਕਲ ਰਿਐਕਸ਼ਨ ਐਟਮਸ ਆਰ ਕੰਬਾਈਨਡ, ਸੈਪਰੇਟਡ ਐਂਡ ਰੀਅਰੇਂਜਡ। ਮੀਨਸ ਐਟਮ ਕੰਬਾਈਨ ਹੋ ਜਾਂਦੀ ਆ, ਮਤਲਬ ਤੁਹਾਡੇ ਕੋਲ ਇੱਕ ਹਾਈਡਰੋਜਨ ਦਾ ਐਟਮ ਆ, ਹਾਈਡਰੋਜਨ ਦਾ ਐਟਮ ਆ, ਇਹ ਦੋਨੋਂ ਕੰਬਾਈਨ ਹੋ ਕੇ ਇਹਨਾਂ ਨੇ ਹਾਈਡਰੋਜਨ ਗੈਸ ਬਣਾਤੀ, ਮੋਲੀਕਿਊਲ ਬਣਾ ਦਿੱਤਾ। ਹੁਣ ਸੈਪਰੇਟ ਹੁੰਦੀ ਆ, ਸੈਪਰੇਟ ਹੋਣ ਦਾ ਮਤਲਬ ਅਸੀਂ ਇਹਦੇ ਤੋਂ ਕੀ ਆ ਓਪੋਜਿਟ ਡਾਇਰੈਕਸ਼ਨ ਲੈ ਲੈਂਦੇ ਹਾਂ। ਮੰਨ ਲਓ ਤੁਹਾਡੇ ਕੋਲ ਕੀ ਹੈਗਾ ਵਾ, ਆਲਰੇਡੀ ਹਾਈਡਰੋਜਨ ਗੈਸ ਹੈਗੀ ਆ, ਅਤੇ ਤੁਸੀਂ ਇਹਦੀ ਇਲੈਕਟ੍ਰੋਲਿਸਿਸ ਕੀਤੀ ਹੋਈ ਆ, ਅਤੇ ਤੁਹਾਡੇ ਕੋਲ ਕੀ ਬਣੇਗਾ, ਹਾਈਡਰੋਜਨ ਦੇ ਵਿੱਚ ਸੈਪਰੇਟ ਹੋ ਗਿਆ ਨਾ, ਇਹ ਤੁਹਾਡੇ ਕੋਲ ਕੀ ਹੈਗੀ ਆ ਸੈਪਰੇਸ਼ਨ ਹੋ ਗਈ। ਅਤੇ ਰੀਅਰੇਂਜਮੈਂਟ ਹੈਗੀ ਆ, ਰੀਅਰੇਂਜਮੈਂਟ ਦੇ ਵਿੱਚ ਤੁਹਾਡੇ ਕੋਲ ਇੱਕ ਦੇ ਨਾਲ ਨਿਕਲ ਕੇ ਦੂਜੇ ਵਾਲੇ ਦੇ ਨਾਲ ਲੱਗ ਗਏ ਹੋਏ ਆ। ਹੁਣ ਤੁਹਾਡੇ ਕੋਲ ਕੀ ਹੈ, ਡਾਲਟਨ ਥਿਊਰੀ ਕੀ ਆਉਂਦੀ ਆ, ਫਿਰ ਆਪਾਂ ਇਹਨੂੰ ਥੋੜ੍ਹਾ ਜਿਹਾ ਐਕਸਪਲੇਨ ਕਰ ਰਹੇ ਹਾਂ। ਈਚ ਐਲੀਮੈਂਟ ਇਜ਼ ਕੰਪੋਜ਼ਡ ਆਫ ਐਕਸਟ੍ਰੀਮਲੀ ਸਮਾਲ ਪਾਰਟੀਕਲਸ। ਉਹਨਾਂ ਨੇ ਕੀ ਬੋਲਿਆ ਸੀ, ਐਟਮਸ। ਮੀਨਸ ਐਟਮ ਦੇ ਸਮੋਲੈਸਟ ਪਾਰਟੀਕਲਸ ਹੈਗੇ ਆ। ਉਸ ਤੋਂ ਬਾਅਦ ਇੱਕੋ ਤਰ੍ਹਾਂ ਦੀ ਐਟਮ, ਇੱਕ ਐਲੀਮੈਂਟ ਹੈ, ਉਹਦੇ ਸਾਰੇ ਐਟਮ ਸੇਮ ਹੋਣਗੇ, ਅਤੇ ਰਿਪਰਜੈਂਟ ਕੀਤੇ ਹੋਏ ਆਕਸੀਜਨ ਦੇ ਐਟਮ ਸਾਰੇ ਸੇਮ ਕਲਰ ਦੇ ਵਿੱਚ, ਸੇਮ ਸਾਈਜ਼ ਦੇ ਵਿੱਚ, ਸੇਮ ਸ਼ੇਪ ਦੇ ਵਿੱਚ ਰਿਪਰਜੈਂਟ ਕੀਤੇ ਹੋਏ ਆ। ਮੀਨਸ ਇੱਕ ਐਲੀਮੈਂਟ ਦੇ ਸਾਰੇ ਐਟਮਸ ਸੇਮ ਹੁੰਦੇ ਆ, ਅਤੇ ਅਲੱਗ ਅਲੱਗ ਦੇ ਅਲੱਗ ਅਲੱਗ ਹੋ ਗਏ। ਹੁਣ ਨਾਈਟ੍ਰੋਜਨ ਦਾ ਆਕਸੀਜਨ ਦੇ ਨਾਲ ਨਹੀਂ ਮਿਲ ਰਿਹਾ। ਥਰਡ ਵਾਲੇ ਦੇ ਵਿੱਚ ਦੱਸ ਦਿੱਤਾ ਹੋਇਆ, ਆਕਸੀਜਨ ਦਾ ਐਟਮ ਨਾਈਟ੍ਰੋਜਨ ਦੇ ਐਟਮ ਦੇ ਨਾਲ ਨਹੀਂ ਮਿਲ ਰਿਹਾ। ਮੀਨਸ ਇਹਦੇ ਵਿੱਚ ਕੋਈ ਮੈਚਿੰਗ ਨਹੀਂ ਹੋਗੀ। ਐਟਮ ਆਫ ਡਿਫਰੈਂਟ ਐਲੀਮੈਂਟਸ ਆਰ ਡਿਫਰੈਂਟ, ਕੰਪਾਊਂਡਸ ਆਰ ਫਾਰਮਡ। ਹੁਣ ਕੰਪਾਊਂਡ ਕਦੋਂ ਫਾਰਮ ਕਰਨਗੇ, ਜਦੋਂ ਇੱਕ ਜਾਂ ਮੋਰ ਦੈਨ, ਵੈਨ ਐਟਮਸ ਆਫ ਮੋਰ ਦੈਨ ਵਨ ਐਲੀਮੈਂਟ, ਇੱਕ ਜਾਂ ਇੱਕ ਤੋਂ ਵੱਧ ਜਿਹੜੇ ਐਲੀਮੈਂਟਸ ਹੈਗੇ ਆ ਉਹਨਾਂ ਦੇ ਐਟਮਸ ਕੰਬਾਈਨ ਕਰਦੇ ਆ। ਹੁਣ ਕੀ ਹੈ, ਇੱਕ ਐਟਮ ਤੁਹਾਡੇ ਕੋਲ ਨਾਈਟ੍ਰੋਜਨ ਦਾ ਕੰਬਾਈਨ ਕੀਤਾ, ਇੱਕ ਆਕਸੀਜਨ ਦਾ ਕੰਬਾਈਨ ਕੀਤਾ, ਅਤੇ ਬਣਾ ਕੀ ਰਹੇ ਆ, ਕੰਪਾਊਂਡ। ਇਹ ਤੁਹਾਡੇ ਕੋਲ ਕੀ ਹੈਗਾ ਆ ਬੱਚੇ,
ਤੁਹਾਡੇ ਬੁੱਕ ਦੇ ਪੇਜ ਨੰਬਰ 32 ਤੇ ਫਸਟ ਐਗਜ਼ਾਮਪਲ ਹੈਗੀ ਆ। ਇਨ ਅ ਰਿਐਕਸ਼ਨ 5.3 ਗ੍ਰਾਮ ਆਫ ਸੋਡੀਅਮ ਕਾਰਬੋਨੇਟ ਰਿਐਕਟਡ ਵਿਦ 6 ਗ੍ਰਾਮਸ ਆਫ ਐਥਨੋਇਕ ਐਸਿਡ ਦਾ ਪ੍ਰੋਡਕਟਸ। ਤੁਹਾਡੇ ਕੋਲ ਕੀ ਆ, ਇਨ ਰਿਐਕਸ਼ਨ ਰਿਐਕਟ ਕਹਿ ਦਿੱਤਾ ਨਾ, ਤੇ ਤੁਹਾਡੇ ਕੋਲ ਰਿਐਕਟੈਂਟਸ ਕੀ ਹੋ ਗਏ 5.3 ਗ੍ਰਾਮ ਆਫ ਸੋਡੀਅਮ ਕਾਰਬੋਨੇਟ ਐਂਡ 6 ਗ੍ਰਾਮ ਆਫ ਐਥਨੋਇਕ ਐਸਿਡ ਐਂਡ ਦਾ ਪ੍ਰੋਡਕਟਸ। ਇਹ ਦੋਨੋਂ ਕੀ ਹੋ ਗਏ ਤੁਹਾਡੇ ਕੋਲ ਰਿਐਕਟੈਂਟਸ, ਮਤਲਬ ਦੋ ਰਿਐਕਟੈਂਟਸ ਹੈਗੇ ਆ। ਐਂਡ ਦਾ ਪ੍ਰੋਡਕਟਸ ਵਾ 2.2 ਗ੍ਰਾਮ ਆਫ ਕਾਰਬਨ ਡਾਈਆਕਸਾਈਡ, 0.9 ਗ੍ਰਾਮ ਆਫ ਵਾਟਰ ਐਂਡ 8.2 ਗ੍ਰਾਮ ਆਫ ਸੋਡੀਅਮ ਐਥੋਨੇਟ। ਤਿੰਨ ਤੁਹਾਡੇ ਕੋਲ ਪ੍ਰੋਡਕਟਸ ਹੋ ਗਏ ਕਾਰਬਨ ਡਾਈਆਕਸਾਈਡ, ਵਾਟਰ ਐਂਡ ਸੋਡੀਅਮ ਐਥੋਨੇਟ। ਸ਼ੋ ਦੈਟ these observations are in arrangement with the law of conservation of mass। law of conservation of mass ਕੀ ਕਹਿੰਦਾ ਵਾ, ਇਹ ਜਿਹੜੇ ਪਹਿਲੇ ਵਾਲੇ ਦੋ ਰਿਐਕਟੈਂਟਸ ਆ ਇਹਨਾਂ ਦਾ ਮਾਸ ਕਿਹਦੇ ਇਕੁਅਲ ਹੋਊਗਾ। ਇਹ ਜਿਹੜੇ ਤੁਹਾਡੇ ਕੋਲ ਤਿੰਨ ਪ੍ਰੋਡਕਟਸ ਬਣੇ ਹੋਏ ਆ, ਹੁਣ ਅਸੀਂ ਤਿੰਨਾਂ ਨੂੰ ਕੰਬਾਈਨ ਕਰਕੇ ਦੇਖ ਲੈਂਦੇ ਹਾਂ। ਦੇਖੋ ਕੈਮੀਕਲ ਰਿਐਕਸ਼ਨ ਕਿਵੇਂ ਲਿਖਾਂਗੇ, ਸੋਡੀਅਮ ਕਾਰਬੋਨੇਟ ਰਿਐਕਟ ਵਿਦ ਦ ਐਥਨੋਇਕ ਐਸਿਡ, ਬਣਾ ਕੀ ਰਿਹਾ ਸੋਡੀਅਮ ਐਥੋਨੇਟ ਪਲੱਸ ਕਾਰਬਨ ਡਾਈਆਕਸਾਈਡ ਐਂਡ ਵਾਟਰ। ਪਹਿਲਾਂ ਤਾਂ ਅਸੀਂ ਰਿਐਕਟੈਂਟਸ ਦਾ ਮਾਸ ਕਰਦੇ ਹਾਂ। ਰਿਐਕਟੈਂਟ ਦਾ ਮਾਸ ਕਿੰਨਾ ਹੈ 5.3 ਪਲੱਸ 6, ਇਹ ਕਿੰਨਾ ਹੋ ਗਿਆ ਤੁਹਾਡੇ ਕੋਲ 11.3 ਗ੍ਰਾਮ। ਮਾਸ ਆਫ ਦਾ ਰਿਐਕਟੈਂਟਸ 11.3 ਗ੍ਰਾਮਸ। ਹੁਣ ਆਪਾਂ ਚੱਲਦੇ ਹਾਂ ਪ੍ਰੋਡਕਟਸ ਦੇ। ਪ੍ਰੋਡਕਟਸ ਦੇ ਵਿੱਚ ਤੁਹਾਡੇ ਕੋਲ ਕੀ ਹੈਗਾ ਆ 2.2 ਗ੍ਰਾਮ ਆਫ ਕਾਰਬਨ ਡਾਈਆਕਸਾਈਡ, 2.2 ਗ੍ਰਾਮ ਆਫ ਕਾਰਬਨ ਡਾਈਆਕਸਾਈਡ। ਉਸ ਤੋਂ ਬਾਅਦ ਤੁਹਾਡੇ ਕੋਲ ਦਿੱਤਾ ਹੋਇਆ 2.2 ਕਾਰਬਨ ਡਾਈਆਕਸਾਈਡ, 0.9 ਵਾਟਰ ਐਂਡ 8.2 ਤੁਹਾਡੇ ਕੋਲ ਹੋ ਗਿਆ ਸੋਡੀਅਮ ਐਥੋਨੇਟ। ਇਹਦੇ ਵਿੱਚ 9 + 2 11 + 2 13 3 ਕੈਰੀ ਚ ਲੱਗਿਆ 1 ਤੁਹਾਡੇ ਕੋਲ। ਇਹਦੇ ਵਿੱਚ 8 ਤੇ 2 10 + 1 ਕਿੰਨਾ ਹੋ ਗਿਆ 11। ਹੁਣ ਰਿਐਕਟੈਂਟਸ ਦਾ ਮਾਸ ਕਿੰਨਾ ਹੈ ਸੇਮ ਇੰਨਾ ਹੈ ਨਾ 11.3। ਮੀਨਸ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਇਜ਼ ਵੈਰੀਫਾਈਡ। ਟੋਟਲ ਮਾਸ ਆਫ ਦਾ ਰਿਐਕਟੈਂਟਸ ਇਜ਼ ਇਕੁਅਲਸ ਟੂ ਟੋਟਲ ਮਾਸ ਆਫ ਦਾ ਪ੍ਰੋਡਕਟਸ। ਇੱਥੇ ਤੁਹਾਨੂੰ ਕੀ ਆ ਸੋਲਵ ਵੀ ਕੀਤਾ ਹੋਇਆ, ਤੁਸੀਂ ਸੋਲਿਊਸ਼ਨ ਵੀ ਦੇਖ ਸਕਦੇ ਹੋ। ਟੋਟਲ ਮਾਸ ਆਫ ਦਾ ਰਿਐਕਸ਼ਨ ਤੁਹਾਡੇ ਕੋਲ ਕਿੰਨਾ ਹੈਗਾ ਆ, ਬਿਫੋਰ ਰਿਐਕਸ਼ਨ ਕਿੰਨਾ ਹੈਗਾ 11.3, ਆਫਟਰ ਰਿਐਕਸ਼ਨ ਕਿੰਨਾ ਹੋ ਗਿਆ 11.3 ਗ੍ਰਾਮ। therefore the total mass before the reaction is equals to total mass after the reaction। ਸੈਕਿੰਡ ਤੁਹਾਡੇ ਕੋਲ ਦਿੱਤੀ ਹੋਈ ਹੈ ਹਾਈਡਰੋਜਨ ਐਂਡ ਆਕਸੀਜਨ ਕੰਬਾਈਨ ਇਨ ਦਾ ਰੇਸ਼ੀਓ ਆਫ 1:8 ਬਾਈ ਦਾ ਮਾਸ ਟੂ ਫੋਰਮ ਵਾਟਰ। ਇਹਦੇ ਵਿੱਚ ਵੀ ਅਸੀਂ ਕੀਤਾ ਹੋਇਆ ਹੈਗਾ ਹਾਈਡਰੋਜਨ ਗੈਸ ਕੰਬਾਈਨ ਵਿਦ ਆਕਸੀਜਨ ਟੂ ਫੋਰਮ ਦਾ ਵਾਟਰ। ਹੁਣ ਇਹਦੇ ਵਿੱਚ ਦੇਖੋ ਤੁਹਾਡੇ ਕੋਲ ਹਾਈਡਰੋਜਨ ਕਿੰਨੀ ਹੈ, ਆਕਸੀਜਨ ਕਿੰਨੀ ਹੈ 2, ਇੱਧਰ ਆਕਸੀਜਨ 1 ਆ, ਇਹਨੂੰ ਬੈਲੈਂਸ ਕੀਤਾ 2 ਹੋ ਗਿਆ। ਜਿੱਥੇ ਤੇ 2 ਹੋਇਆ ਤੇ ਹਾਈਡਰੋਜਨ ਕਿੰਨੇ ਹੋ ਗਏ 4 ਹੋ ਗਏ। ਮੀਨਸ ਤੁਸੀਂ ਇਹਨਾਂ ਦਾ ਕੱਢਣਾ ਰਿਐਕਟੈਂਟ ਸਪੀਸੀਜ਼ ਦਾ ਕੱਢਣਾ ਹੈ। ਉਹ ਤੁਹਾਨੂੰ ਗਿਵਨ ਹੈ 1:8। ਹੁਣ 1:8 ਕਿਵੇਂ ਆਇਆ, ਹਾਈਡਰੋਜਨ ਦਾ ਇੱਕ ਹੈਗਾ ਵਾ, ਕਿੰਨੇ ਹਾਈਡਰੋਜਨ ਮੋਲੀਕਿਊਲਸ ਆ 4, ਆਕਸੀਜਨ ਕਿੰਨੀ ਹੈਗੀ ਹੈ 2, ਇੱਕ ਦਾ ਹੈਗਾ ਤੁਹਾਡੇ ਕੋਲ 16 ਤੇ 2 ਦਾ ਕਿੰਨਾ ਹੋ ਗਿਆ 32। ਇਹਨੂੰ ਕੀ ਕਰੋਗੇ ਸਿੰਪਲੀਫਾਈ ਕਰੋਗੇ 4 ਨਾਲ ਕਟਿੰਗ ਕਰੋਗੇ ਤੇ 1:8 ਆ ਗਿਆ। ਹੁਣ ਜੇਕਰ ਸਾਡੇ ਕੋਲ ਕੀ ਹੈਗਾ ਉਹਨਾਂ ਨੇ ਕਿਹਾ ਹਾਈਡਰੋਜਨ ਐਂਡ ਆਕਸੀਜਨ ਕੰਬਾਈਨ ਇਨ ਦਾ ਰੇਸ਼ੀਓ ਆਫ 1:8 ਬਾਈ ਦਾ ਮਾਸ ਟੂ ਫੋਰਮ ਵਾਟਰ। what mass of oxygen gas would be required to react completely with 3 gram of hydrogen। ਇੱਥੇ ਵੇਖੋ ਅਸੀਂ ਲਿਖ ਲੈਂਦੇ ਹਾਂ ਹਾਈਡਰੋਜਨ ਤੇ ਆਕਸੀਜਨ, ਹਾਈਡਰੋਜਨ ਤੇ ਆਕਸੀਜਨ। ਹਾਈਡਰੋਜਨ 1 ਸੀ ਤੇ ਆਕਸੀਜਨ ਕਿੰਨਾ ਹੈਗਾ 8। ਹੁਣ ਕਹਿੰਦੇ ਜੇਕਰ ਅਸੀਂ ਹਾਈਡਰੋਜਨ ਕੀ ਲੈ ਲਈਏ 3 ਗ੍ਰਾਮ ਲੈ ਲਈਏ, ਮੀਨਸ ਇਹਨੂੰ 3 ਟਾਈਮਸ ਕਰ ਦਈਏ ਤੇ ਇਹ ਵੀ ਸਾਡੇ ਕੋਲ ਕੀ ਹੋ ਜਾਏਗਾ ਫਿਰ 3 ਟਾਈਮਸ ਹੋਏਗਾ, ਮੀਨਸ 24 ਗ੍ਰਾਮਸ। ਸੋਲਿਊਸ਼ਨ ਦਿੱਤਾ ਹੋਇਆ ਤੁਸੀਂ ਨੀਚੇ ਸੋਲਿਊਸ਼ਨ ਵੀ ਦੇਖਣਾ ਹੈ। ਠੀਕ ਹੈ ਬੱਚੇ, 1 ਗ੍ਰਾਮ ਲਈ ਤੁਹਾਡੇ ਕੋਲ ਕਿੰਨਾ ਚਾਹੀਦੇ ਆ 8 ਗ੍ਰਾਮਸ ਹਾਈਡਰੋਜਨ ਚਾਹੀਦੇ ਆ। ਜੇਕਰ 3 ਗ੍ਰਾਮਸ ਹੋ ਗਏ ਤਾਂ ਉਹਦੇ ਵਾਸਤੇ ਕਿੰਨੇ ਹੋ ਗਏ 3 ਟਾਈਮਸ ਕਰ ਦਿਓ ਉਹਦੇ 24 ਗ੍ਰਾਮਸ ਹੋ ਗਏ। ਥਰਡ ਤੁਹਾਡੇ ਕੋਲ ਕੀ ਹੈਗਾ ਵਿੱਚ ਪਾਸਟੂਲੇਟਸ ਆਫ ਡਾਲਟਨਸ ਥਿਊਰੀ ਇਜ਼ ਦ ਰਿਜ਼ਲਟ ਆਫ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਮੀਨਸ ਮਾਸ ਨਾ ਤੇ ਕ੍ਰੀਏਟ ਹੁੰਦਾ ਹੈ ਨਾ ਕੀ ਆ ਡਿਸਟਰੋਏ ਹੁੰਦਾ ਹੈ। ਇਹਦੇ ਵਿੱਚ ਆਪਾਂ ਕੀਤਾ ਸੀ ਨਾ ਕਿ ਮਾਸ ਸਾਡੇ ਕੋਲ ਕੀ ਹੈਗਾ ਵਾ ਇਹ ਜਿਹੜੇ ਐਟਮਸ ਹੈਗੇ ਆ ਉਹ ਇਨਡਿਵਿਜ਼ੀਬਲ ਹੈਗੇ ਆ। ਮੀਨਸ ਨਾ ਤੇ ਐਟਮ ਨੂੰ ਕ੍ਰੀਏਟ ਕਰ ਸਕਦੇ ਹਾਂ ਤੇ ਨਾ ਹੀ ਅਸੀਂ ਉਹਨੂੰ ਡਿਸਟਰੋਏ ਕਰ ਸਕਦੇ ਕੈਮੀਕਲ ਰਿਐਕਸ਼ਨ ਦੇ ਵਿੱਚ। ਇਹ ਵਾਲਾ ਪਾਸਟੂਲੇਟ ਦੱਸ ਰਿਹਾ ਕਿ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਨੂੰ ਐਕਸਪਲੇਨ ਕਰ ਰਿਹਾ। ਕਿਹੜਾ ਪਾਸਟੂਲੇਟ, ਐਟਮਸ ਆਰ ਇਨਡਿਵਿਜ਼ੀਬਲ ਪਾਰਟੀਕਲਸ। ਮੀਨਸ ਐਟਮ ਨੂੰ ਡਿਵਾਈਡ ਨਹੀਂ ਕਰ ਸਕਦੇ, ਬਣਾ ਨਹੀਂ ਸਕਦੇ, ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਿ ਕੈਮੀਕਲ ਰਿਐਕਸ਼ਨ ਦੇ ਵਿੱਚ। ਨੈਕਸਟ ਸਾਡੇ ਕੋਲ ਆ ਗਿਆ
which postulate of Dalton's atomic theory can explain the law of definite proportion. Definite proportion means ਉਹਨਾਂ ਦੀ ਰੇਸ਼ੋ ਸੇਮ ਰਹੇਗੀ। ਇਹਦੇ ਵੀ ਤੁਹਾਡੇ ਕੋਲ ਦ ਪੋਸਟੂਲੇਟ ਆਫ ਡਾਲਟਨਸ ਐਟੋਮਿਕ ਥਿਊਰੀ ਵਿਚ ਇਜ਼ ਰਿਜ਼ਲਟ ਆਫ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਜੇਕਰ ਕੰਜ਼ਰਵ ਹੋ ਗਿਆ ਮਾਸ ਮੀਨਸ ਡੈਫੀਨਿਟ ਪ੍ਰਪੋਰਸ਼ਨ ਹੀ ਰਿਹਾ ਨਾ ਤੁਹਾਡੇ ਕੋਲ, ਇਹਦੇ ਵਿੱਚ ਸੇਮ ਦੇ ਰਿਹਾ। ਐਟਮਸ ਆਰ ਇੰਡੀਵਿਜ਼ੀਬਲ ਪਾਰਟੀਕਲਸ ਮੀਨਸ ਨਾ ਤਾਂ ਡਿਸਟਰੋਏ ਹੋ ਰਿਹਾ ਤੇ ਨਾ ਹੀ ਤੁਹਾਡੇ ਕੋਲ ਕੀ ਆ ਕ੍ਰੀਏਟ ਹੋ ਰਿਹਾ। ਡੈਫੀਨਿਟ ਪ੍ਰਪੋਰਸ਼ਨ ਆ ਗਿਆ। ਇਹ